ਆਮੀਨ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਹੋਵੇ, ਪ੍ਰਭੂ ਦੇ ਨਾਮ ਦੀ ਵਡਿਆਈ ਹੋਵੇ ਜੋ ਉਸਨੇ ਅੱਜ ਦਾ ਇਹ ਅੱਛਾ ਸਮਾਂ ਬਖਸ਼ਿਆ ਕਿ ਅਸੀਂ ਰਲ ਮਿਲ ਕੇ ਪ੍ਰਭੂ ਦੀ ਆਰਾਧਨਾ ਕਰ ਸਕੀਏ, ਪ੍ਰਭੂ ਦੀ ਮਹਿਮਾ ਕਰ ਸਕੀਏ। ਇਸ ਲਈ ਪ੍ਰਭੂ ਦਾ ਧੰਨਵਾਦ ਹੋਵੇ। ਅੱਜ ਅਸੀਂ ਪਵਿੱਤਰ ਵਚਨ 'ਚ ਦੇਖਾਂਗੇ ਜੇਤੂ ਜੀਵਨ ਕੀ ਨਹੀਂ ਹੈ। What not is victorious life। ਜੇਤੂ ਜੀਵਨ ਕੀ ਨਹੀਂ ਹੈ। ਬਹੁਤ ਵਾਰ ਅਸੀਂ ਇਹ ਜ਼ਰੂਰ ਸੁਣਿਆ ਕਿ ਜੇਤੂ ਜੀवन की है, लेकिन जेतु जीवन की नहीं है। जयवंत जीवन क्या नहीं है उसके बारे में हम देखेंगे। आइए ਅਸੀਂ पढ़ांगे इब्रानियों की पत्री 2 अध्याय उसकी 17 और 18 आयत। Hebrews chapter 2 from verse 17 and 18। Hebrews 2 verse 17 and 18। इब्रानियों की पत्री 2 बाब और उसकी 17 और 18 आयत ਨੂੰ ਅਸੀਂ ਪੜਾਂਗੇ। ਇਸੇ ਕਾਰਨ ਚਾਹੀਦਾ ਹੈ ਕਿ ਉਹ ਸਭਨੀ ਗੱਲਾਂ ਦੇ ਵਿਖੇ ਜਿਹੜੀਆਂ ਪਰਮੇਸ਼ਵਰ ਦੇ ਨਾਲ ਸੰਬੰਧ ਰੱਖਦੀਆਂ ਹਨ, ਲੋਕਾਂ ਦੇ ਪਾਪਾਂ ਦਾ ਪ੍ਰਾਇਸ਼ਚਿਤ ਕਰਨ ਨੂੰ ਦਿਆਲੂ ਅਤੇ ਮਾਤਬਰ ਪ੍ਰਧਾਨ ਜਾਜਕ ਹੋਵੇ, ਕਿਉਂਕਿ ਜਦੋਂ ਉਸਨੇ ਆਪ ਹੀ ਪਰਤਾਵੇ ਵਿੱਚ ਪੈ ਕੇ ਦੁੱਖ ਝੱਲਿਆ ਤਾਂ ਉਹ ਉਹਨਾਂ ਦੀ ਜਿਹੜੇ ਪਰਤਾਵੇ ਵਿੱਚ ਪੈਂਦੇ ਹੈ ਸਹਾਇਤਾ कर सकता है। इस कारण उसको चाहिए था कि सब बातों में अपने भाइयों के समान बने, जिससे वह उन बातों में जो परमेश्वर से संबंध रखती हैं एक दयालु और विश्वास योग्य महायाजक बने, ताकि लोगों के पापों के लिए प्रायश्चित करे। क्योंकि जब उसने परीक्षा की दशा में दुख उठाया तो वह उनकी भी सहायता कर सकता है जिनकी परीक्षा होती है। पहली गल जेतु जीवन की नहीं है। इट इज नॉट फ्रीडम फ्रॉम टेम्पटेशन। ਇਹ ਪਰਤਾਵੇ ਤੋਂ ਆਜ਼ਾਦੀ ਨਹੀਂ ਹੈ। ਜੇ ਅਸੀਂ ਜੈਵੰਤ ਜੀਵਨ ਗੁਜ਼ਾਰਦੇ ਹਾਂ, ਫਤਿਹਮੰਦ ਜੀਵਨ ਗੁਜ਼ਾਰਦੇ ਹਾਂ, ਇਹ ਗੱਲ ਜ਼ਰੂਰ ਹੈ ਕਿ ਅਸੀਂ ਪ੍ਰਭੂ ਦੇ ਵਿੱਚ ਹਾਂ ਤਾਂ ਅਸੀਂ ਪਾਪ ਤੋਂ ਆਜ਼ਾਦੀ ਪਾਈ ਹੈ। ਅਸੀਂ ਪ੍ਰਭੂ ਦੇ ਵਿੱਚ ਹਾਂ, ਹਰ ਸ਼ਰਾਬ ਤੋਂ ਆਜ਼ਾਦੀ ਨੂੰ ਪਾਇਆ ਹੈ। ਅਸੀਂ ਪ੍ਰਭੂ ਦੇ ਵਿੱਚ ਹਾਂ, ਹਰ ਇੱਕ ਗਮ ਦੇ ਉੱਤੇ ਅਸੀਂ ਜਿੱਤ ਨੂੰ ਪਾਇਆ ਹੈ। ਲੇਕਿਨ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ, ਸਰੀਰ ਦੇ ਵਿੱਚ ਰਹਿੰਦੇ ਹੋਏ, ਸਾਡੇ ਜੀਵਨ ਦੇ ਵਿੱਚ ਕਈ ਚੀਜ਼ਾਂ ਨੇ ਜੋ ਇੱਕ ਮਸੀਹ ਨੂੰ ਵੀ ਸਾਹਮਣਾ ਕਰਨਾ ਪੈਂਦਾ ਹੈ। ਪਰਮੇਸ਼ਰ ਦਾ ਵਚਨ ਬਿਆਨ ਕਰਦਾ ਹੈ, ਤੁਸੀਂ ਸੰਸਾਰ ਦੇ ਵਿੱਚ ਹੋ ਪਰ ਤੁਸੀਂ ਸੰਸਾਰ ਵਰਗੇ ਨਹੀਂ ਹੋ। ਯੂ ਆਰ ਇਨ ਦਿਸ ਵਰਲਡ ਬਟ ਯੂ ਆਰ ਨॉट ऑफ दिस वर्ल्ड। यू आर इन दिस वर्ल्ड बट यू आर नॉट ऑफ दिस वर्ल्ड। हम संसार में हैं पर संसार जैसे नहीं है। सो इस संसार ਦੇ ਵਿੱਚ ਰਹਿੰਦੇ ਹੋਏ ਸਾਡੇ ਜੀਵਨ ਦੇ ਵਿੱਚ ਕਈ ਪ੍ਰਕਾਰ ਦੇ ਸਮੱਸਿਆਵਾਂ, ਕਈ ਪ੍ਰਕਾਰ ਦੇ ਰਿਐਲਿਟੀਜ਼, ਵਾਸਤਵਿਕਤਾ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰੀ ਤਾਂ ਦਿਲ ਕਰਦਾ ਕਿ ਪ੍ਰਭੂ ਜੀ ਅਸੀਂ ਇਸ ਦੁਨੀਆ ਤੋਂ ਛੱਡ ਕੇ ਚਲੇ ਜਾਈਏ, ਸਿੱਧਾ ਤੇਰੇ ਕੋਲ ਜਾਈਏ, ਜ਼ਿੰਦਗੀ 'ਚ ਕੋਈ ਐਸੀ ਪਰੇਸ਼ਾਨੀ ਨਾ ਆਏ। ਲੇਕਿਨ ਇਹ ਸੱਚਾਈ ਨਹੀਂ ਹੈ। ਦਿਸ ਇਜ਼ ਨਾਟ ਦ ਟਰੂਥ। ਇਹ ਸੱਚਾਈ ਨਹੀਂ ਹੈ। ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਸਾਨੂੰ ਹਰ ਇੱਕ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲੀ ਗੱਲ ਹੈ, ਜੇ ਅਸੀਂ ਪ੍ਰਭੂ ਦੇ ਵਿੱਚ ਹਾਂ, ਅਸੀਂ ਜੈਵੰਤ ਜੀਵਨ ਗੁਜ਼ਾਰਦੇ ਹਾਂ, ਲੇਕਿਨ ਇਹਦਾ ਅਰਥ ਇਹ ਨਹੀਂ ਕਿ ਸਾਨੂੰ ਕੋਈ ਪਰੀक्षा, ਕੋਈ ਪਰਤਾਵਾ ਨਹੀਂ ਆਏਗਾ। ਪ੍ਰਭੂ ਯਿਸੂ ਮਸੀਹ ਦੇ ਜਦ ਉਪਵਾਸ ਔਰ ਪ੍ਰਾਰਥਨਾ ਦੇ ਵਿੱਚ ਉਹ ਵੀ ਰਿਹਾ, ਉਸਨੇ ਵੀ ਕਈ ਪਰੀक्षा ਦਾ ਸਾਹਮਣਾ ਕੀਤਾ। ਸ਼ੈਤਾਨ ਦੇ ਵੱਲੋਂ ਉਸ ਦੀ ਪਰੀक्षा ਕੀਤੀ ਗਈ। ਸੇਟਨ ਟੈਂਪਟਡ ਹਿਮ। ਇੱਕ ਲੂਕਾ ਦੀ ਇੰਜੀਲ ਦੇ ਵਿੱਚ ਲਿਖਿਆ ਪਰਤਾਨੇ ਵਾਲਾ, ਉਸਦਾ ਇੰਗਲਿਸ਼ ਦਾ ਵਰਡ ਹੈ ਟੈਂਪਟਰ। ਟੈਂਪਟਡ ਹਿਮ। ਪਰਤਾਨੇ ਵਾਲੇ ਨੇ ਉਸ ਨੂੰ ਪਰਤਾਇਆ। ਦ ਟੈਂਪਟਰ ਟੈਂਪਟਡ ਹਿਮ। ਪਰਤਾਵਾ ਸਾਡੇ ਜੀਵਨ 'ਚ ਆਏਗਾ, ਲੇਕਿਨ ਯਿਸੂ ਮਸੀਹ ਨੇ ਉਹਦਾ ਸਾਹਮਣਾ ਕੀਤਾ। ਇੱਕ ਮਸੀਹ ਵਿਅਕਤੀ ਹਰ ਇੱਕ ਪਰੀक्षा ਦਾ ਕਿਵੇਂ ਸਾਹਮਣਾ ਕਰਦਾ ਹੈ? ਵਚਨ ਤੋਂ ਔਰ ਪਰਮੇਸ਼ਰ ਦੀ ਆਤਮਾ ਤੋਂ। ਵਚਨ ਤੋਂ ਔਰ ਪਰਮੇਸ਼ਰ ਦੀ ਆਤਮਾ। ਪ੍ਰਭੂ ਯਿਸੂ ਮਸੀਹ ਨੇ ਕਿਵੇਂ ਪਰਤਾਵੇ ਦਾ ਸਾਹਮਣਾ ਕੀਤਾ? ਜੇ ਸ਼ੈਤਾਨ ਉਸ ਦਾ ਸਾਹਮਣਾ ਕਰ ਰਿਹਾ ਸੀ, ਉਸ ਨੂੰ ਅਲੱਗ-ਅਲੱਗ ਪਰੀक्षा ਦੇ ਵਿੱਚ ਲੈ ਕੇ ਆ ਰਿਹਾ ਸੀ,
ਯਿਸੂ ਮਸੀਹ ਨੇ ਉਹਦਾ ਕਿਵੇਂ ਸਾਹਮਣਾ ਕੀਤਾ? ਵਚਨ ਤੋਂ। ਜਦੋਂ ਵਚਨ ਦੇ ਨਾਲ ਗੱਲਾਂ ਕਰ ਰਿਹਾ ਸੀ, ਸ਼ੈਤਾਨ ਦੀ ਯੁਕਤੀ ਫੇਲ ਹੋ ਰਹੀ ਸੀ। ਅੱਜ ਦੇ ਸਮੇਂ ਦੇ ਵਿੱਚ ਵੀ ਤੁਸੀਂ ਔਰ ਮੈਂ ਜਦ ਇਸ ਦੁਨੀਆ 'ਚ ਰਹਿੰਦੇ ਹਾਂ, ਕਈ ਪ੍ਰਕਾਰ ਦੇ ਪਰੀਖਿਆਵਾਂ ਸਾਡੇ ਜੀਵਨ ਦੇ ਵਿੱਚ ਆਉਂਦੀਆਂ ਨੇ। ਜਦ ਅਸੀਂ ਦੂਸਰਿਆਂ ਨੂੰ ਦੇਖਦੇ ਹਾਂ ਔਰ ਆਪਣੇ ਜੀਵਨ ਦਾ ਕੰਪੈਰੀਜ਼ਨ, ਆਪਣੀ ਤੁਲਨਾ ਕਰਦੇ ਹਾਂ, ਸਾਡੇ ਮਨ ਦੇ ਅੰਦਰ ਵੀ ਅਭਿਲਾਸ਼ਾਵਾਂ ਉੱਠਦੀਆਂ ਨੇ ਕਿ ਕਾਸ਼ ਮੈਂ ਵੀ ਉਹ ਚੀਜ਼ ਨੂੰ ਪਾ ਲੈਂਦਾ, ਕਾਸ਼ ਮੇਰੇ ਕੋਲ ਵੀ ਉਹ ਤਰੀਕਾ ਹੁੰਦਾ। ਔਰ ਉਸ ਚੀਜ਼ ਨੂੰ ਪਾਉਣ ਦੇ ਲਈ ਅਸੀਂ ਹਰੇਕ ਯਤਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਝੂਠ ਬੋਲਣ ਦੀ ਵੀ क्षमता ਰੱਖ ਲੈਂਦੇ ਆ, ਚੋਰੀ ਕਰਨ ਦੀ ਵੀ क्षमता ਰੱਖ ਲੈਂਦੇ ਆ। ਦੁਸ਼ਟ ਨੂੰ ਦੇਖ ਕੇ ਸਾਡੇ ਮਨ ਦੇ ਅੰਦਰ ਵੀ ਪ੍ਰਤਾਵਾ ਆਉਂਦਾ ਹੈ, ਜੇ ਉਹ ਇਸ ਤਰ੍ਹਾਂ ਕਰ ਸਕਦਾ ਹੈ ਕਿਉਂ ਨਾ ਅਸੀਂ ਵੀ ਐਸਾ ਕਰੀਏ। ਲੇਕਿਨ ਸਾਡਾ ਮਨ ਦੇ ਅੰਦਰ ਉਸ ਵੇਲੇ ਖਿਆਲ ਆਉਣਾ ਚਾਹੀਦਾ ਹੈ, ਨਹੀਂ ਇਹ ਸ਼ੈਤਾਨ ਤੂੰ ਇਧਰੋਂ ਦੀ ਦੂਰ ਹੋ ਜਾ। ਹਾਲੇਲੂਇਆ, ਹਾਲੇਲੂਇਆ। ਪੰਛੀ ਉੱਡਦੇ ਨੇ, ਉਸ ਨੂੰ ਉੱਡਣ ਦਿਓ, ਲੇਕਿਨ ਆਪਣੇ ਸਿਰ ਦੇ ਉੱਤੇ ਉਸ ਨੂੰ ਘੌਂਸਲਾ ਬਣਾ ਨਾ ਦੇਣਾ। ਪਰਤਾਵੇ ਆਉਂਦੇ ਨੇ, ਲੈਟ them fly, ਉਸ ਨੂੰ ਉੱਡਣ ਦਿਓ, ਉਸ ਨੂੰ ਉੱਡਦੇ ਜਾਣ ਦਿਓ। ਇਧਰੋਂ ਦੇ ਉੱਡੇ, ਸੱਜੇ ਪਾਸੇ ਉੱਡੇ, ਖੱਬੇ ਪਾਸੇ ਉੱਡੇ, ਉਸ ਨੂੰ ਉੱਡਣ ਦਿਓ। ਲੇਕਿਨ ਆਪਣਾ ਸਿਰ, ਆਪਣਾ ਘਰ ਘੌਂਸਲਾ ਬਣਾਉਣ ਦੀ ਜਗ੍ਹਾ ਉਸ ਨੂੰ ਨਾ ਦੇਣਾ। ਪਰਤਾਵਾ ਕਿਵੇਂ ਕੰਮ ਕਰਦਾ ਹੈ? ਇੱਕ ਵਾਰ ਇੱਕ ਸ਼ੇਖ ਸੀ, ਮੁਸਲਮਾਨ ਦੇ ਇੱਕ ਸ਼ੇਖ, ਅਰਬ ਮੁਲਕ ਦੇ ਵਿੱਚ ਸ਼ੇਖ ਰਹਿੰਦੇ ਨੇ। ਉਹ ਟੈਂਟ ਦੇ ਵਿੱਚ ਰਹਿ ਰਿਹਾ ਸੀ, ਔਰ ਜਦੋਂ ਟੈਂਟ ਦੇ ਵਿੱਚ ਸੀ, ਤੰਬੂ ਦੇ ਵਿੱਚ ਸੀ, ਤਾਂ ਉਸ ਵੇਲੇ ਉਸ ਦਾ ਊਂਟ ਸੀ। ਇੱਕ ਊਂਟ ਤੁਹਾਨੂੰ ਪਤਾ ਬਹੁਤ ਵੱਡੇ ਸਾਈਜ਼ ਦਾ ਹੁੰਦਾ ਹੈ। ਊਂਟ ਸੀ। ਦਿਨ ਦੇ ਵੇਲੇ ਰੇਗਿਸਤਾਨ ਗਰਮ ਹੁੰਦਾ ਹੈ, ਰਾਤ ਦੇ ਵੇਲੇ ਬਹੁਤ ਠੰਡਾ ਹੋ ਜਾਂਦਾ ਹੈ। ਸੋ ਇਹ ਸ਼ੇਖ ਆਪਣੇ ਤੰਬੂ ਦੇ ਅੰਦਰ ਚਲਾ ਗਿਆ ਔਰ ਉਹ ਆਰਾਮ ਕਰ ਰਿਹਾ ਸੀ। ਊਂਟ ਆਇਆ ਔਰ ਉਸਨੇ ਆਪਣਾ ਸਿਰ ਉਸ ਤੰਬੂ ਦੇ ਅੰਦਰ ਕੀਤਾ। ਜਦ ਉਸਨੇ ਅੰਦਰ ਕੀਤਾ, ਸ਼ੇਖ ਨੇ ਦੇਖਿਆ ਇਸ ਨੂੰ ਠੰਡ ਲੱਗ ਰਹੀ ਹੈ। ਉਸਨੇ ਉਸਦੇ ਪੈਰ ਨੂੰ ਫੜ ਕੇ ਆਪਣੇ ਤੰਬੂ ਦੇ ਅੰਦਰ ਕਰ ਲਿਆ, ਬਾਕੀ ਸਾਰਾ ਸਰੀਰ ਬਾਹਰ ਸੀ। ਜਦੋਂ ਸਾਰਾ ਸਰੀਰ ਬਾਹਰ ਸੀ, ਊਂਟ ਬਾਹਰ ਤੋਂ ਉੱਚੀ ਆਵਾਜ਼ ਨਾਲ ਬੋਲਣ ਲੱਗ ਪਿਆ, ਚੀਕਾ ਮਾਰਨ ਲੱਗ ਪਿਆ। ਸ਼ੇਖ ਨੇ ਸੋਚਿਆ ਇਹਦੇ ਪੈਰ ਹੀ ਅੰਦਰ ਕੀਤੇ ਨੇ ਔਰ ਬਾਕੀ ਸਾਰਾ ਸਰੀਰ ਬਾਹਰ ਹੈ, ਕਿਉਂ ਨਾ ਮੈਂ ਉਸਦੇ ਪੇਟ ਨੂੰ ਵੀ ਅੰਦਰ ਕਰ ਦਿਆਂ। ਉਸਨੇ ਉਸਦੇ ਪੇਟ ਨੂੰ ਵੀ ਅੰਦਰ ਕਰਤਾ। ਜਦੋਂ ਅੱਧਾ ਸਰੀਰ ਅੰਦਰ ਕਰਤਾ, ਮੂੰਹ ਬਾਹਰ ਸੀ, ਸ਼ੇਖ ਨੇ ਸੋਚਿਆ ਇਹਦਾ ਸਾਰਾ ਸਰੀਰ ਅੰਦਰ ਆ ਗਿਆ ਤੰਬੂ ਦੇ, ਇਸ ਨੂੰ ਠੰਡ ਨਹੀਂ ਲੱਗੇਗੀ, ਲੇਕਿਨ ਇਹਦਾ ਮੂੰਹ ਤੇ ਬਾਹਰ ਹੈ, ਇਸ ਨੂੰ ਠੰਡ ਲੱਗ ਰਹੀ ਹੋਣੀ। ਉਸਨੇ ਉਸ ਨੂੰ ਅੰਦਰ ਕੀਤਾ। ਉਸ ਨੂੰ ਅੰਦਰ ਕਰਦੇ ਕਰਦੇ ਉਹ ਜਗ੍ਹਾ ਸਾਰੀ ਭਰ ਗਈ, ਸ਼ੇਖ ਬਾਹਰ ਹੋ ਗਿਆ। ਕਈ ਵਾਰੀ ਅਸੀਂ ਵੀ ਐਸਾ ਹੀ ਕਰਦੇ ਆ। ਪ੍ਰੀਖਿਆਵਾਂ ਆਉਂਦੀਆਂ ਨੇ ਅਲੱਗ-ਅਲੱਗ ਤਰੀਕੇ ਦੇ ਨਾਲ, ਸਾਡੇ ਮਨ ਦੇ ਅੰਦਰ ਲਾਲਚ ਆਉਂਦਾ, ਮੈਂ ਉਸ ਨੂੰ ਵੀ ਕਰ ਲਵਾਂ, ਇਹ ਵੀ ਗ੍ਰੈਬ ਕਰ ਲਵਾਂ, ਉਸ ਨੂੰ ਵੀ ਗ੍ਰੈਬ ਕਰ ਲਵਾਂ। ਇੱਕ ਚੀਜ਼ ਨੂੰ ਅੰਦਰ ਕਰਦੇ ਕਰਦੇ ਤੁਸੀਂ ਆਪ ਬਾਹਰ ਹੋ ਜਾਓਗੇ, ਸਭ ਕੁਝ ਅੰਦਰ ਹੋ ਜਾਏਗਾ। You are in this world but not of this world। ਮੇਰੇ ਪਿਆਰੇ ਅਜ਼ੀਜ਼ੋ, ਇਸ ਪਰਤਾਵਾ ਸਾਡੇ ਜੀਵਨ 'ਚ ਆਂਦਾ ਹੈ, लेकिन जेतु जीवन की है। वचन दासता है, जब उसने परीक्षा की दशा में दुख उठाया तो वह उनकी भी सहायता कर सकता है जिनकी परीक्षा होती है। हालेलुया, हालेलुया, हालेलुया। जेकर तुसी भी किसी परतावे दे विच हो के लंघ रहे हो, शरीर दी अभिलाषावां, अखां दी कामनावां, जीविका दा कमंड ਤੁਹਾਨੂੰ ਪਰਤਾਵੇ ਦੇ ਵਿੱਚ ਲੈ ਕੇ ਆਂਦਾ, ਘਬਰਾਣਾ ਨਹੀਂ। ਤੁਸੀਂ ਉਸ ਨੂੰ ਅੰਦਰ ਨਹੀਂ ਆਣ ਦੇਣਾ, ਉੱਡਣ ਦਿਓ। ਤੁਸੀਂ ਕਹਿਣਾ ਕਿ ਨਹੀਂ, ਪ੍ਰਭੂ ਨੇ ਮੈਨੂੰ ਜਿੱਤ ਦਿੱਤੀ ਹੈ, ਇਹ ਪ੍ਰੀਖਿਆ ਤੇ ਮੈਂ ਜ਼ਰੂਰ ਪਾਰ ਲੰਘਾਂਗਾ। ਹਾਲੇਲੂਇਆ, 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 ਹਾਲੇਲੂਇਆ। ਧਿਆਨ ਨਾਲ ਸੁਣਨਾ। ਰੈਵਲੇਸ਼ਨ, ਦ ਬੁੱਕ ਆਫ ਰੈਵਲੇਸ਼ਨ, ਪ੍ਰਕਾਸ਼ ਦੀ ਪੋਥੀ ਦੇ ਵਿੱਚ ਇੱਕ ਕਲੀਸਿਆ ਦੇ ਨਾਮ ਪ੍ਰਭੂ ਯਿਸੂ ਮਸੀਹ ਯਹੂਨਾ ਦੇ ਦੁਆਰਾ ਪਵਿੱਤਰ ਆਤਮਾ ਦੇ ਵਸੀਲੇ ਇੱਕ ਚਿੱਠੀ ਲਿਖਦੇ ਨੇ। ਉਸ ਕਲੀਸਿਆ ਦਾ ਨਾਮ ਸੀ ਸਮੁਰਨਾ, ਦੀ ਲੈਟਰ ਟੂ ਸਮਿਰਨਾ। ਸਮਿਰਨਾ ਦੀ ਕਲੀਸਿਆ ਨੂੰ ਪਰਮੇਸ਼ਰ ਦੀ ਆਤਮਾ ਚਿੱਠੀ ਲਿਖਦਾ ਹੈ। ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕਹਿ ਰਹੇ ਨੇ, ਰੈਵਲੇਸ਼ਨ ਚੈਪਟਰ 2 ਵਰਸ 8 ਐਂਡ 9, ਉਹਦੀ 8 और 9 आयत, रेवलेशन 2 वर्स 8 and 9 लिखा है, स्मुरना की कलीसिया के दूत को यह लिख, जो प्रथम और अंतिम है, जो मर गया था और अब जीवित हो गया है, वह यह कहता है कि मैं तेरे क्लेश और दरिद्रता को जानता हूं। क्या लिखा?
जानता हूं। जानता हूं। मैं तेरे क्लेश और तेरी दरिद्रता को जानता हूं। इत्थे एक वर्ड, एक शब्द लिखा जानता हूं। आई नो योर वर्क्स। आई नो उसका ग्रीक ट्रांसलेशन यूनानी भाषा च जिथे नया नियम लिखा गया, जानन दा दो शब्द ने। देयर आर टू वर्ड्स फॉर नोइंग इन ग्रीक लैंग्वेज। एक है दूर तो जानना, कितो जानना? दूर तो जानना। सेकंड वर्ड इज ओइडा, OIDA। ग्रीक वर्ड इज ओइडा, यूनानी शब्द है ओइडा। उसका मतलब है दूर तो जानना नहीं, तजर्बे तो जानना। किवें? तजर्बे तो जानना। प्रभु यीशु मसीह की कह रहे, मैं तुहानू दूर तो नहीं जानता, जेड़े हालातों तो तुसी निकले हो, मैं तजर्बे तो की करदा तुहानू जानदा हां। उन इसे आयत नू जो असी इब्रानिया 2 ਦੀ 17 और 18 आयत ਨੂੰ ਅਸੀਂ ਪੜਿਆ, प्रभु यीशु मसीह ਦਾ पवित्र वचन सानू की सिखाता है? लिखा, क्योंकि जब उसने परीक्षा की दशा में दुख उठाया तो वे उनकी भी सहायता कर सकता है जिनकी परीक्षा होती है। हालेलुया। किवें साडी मदद कर सकता है? किवें साडी सहायता कर सकता है? और क्यों करेगा? क्योंकि वो आप भी इस परीक्षा तो होके लंघिया, इसलिए वो साडी भी की कर सकता है? सहायता कर सकता है। हालेलुया, 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 हालेलुया। परतावा, इट्स अ फाइट बिटवीन हाई एंड लो। जिस्म और रूह की एक लड़ाई है। जब परीक्षा आती है जीवन में, जिस्म और रूह की, आत्मा और शरीर की एक लड़ाई है, एक जंग है। परताया जाता है, उकसाया जाता है। वी आर टेम्पटेड, उकसाया जाता है कि किसी ना किसी रीति दे नाल साडी जुबान तो, साडे कम्मां तो असी शैतान दी गल्लां करिए, शैतान दे काम करिए, जिवें दुनिया करदी तिवें असी करिए। लेकिन उस वेले तुसीं कहना, प्रभु जी मेरी सहायता करो, मेरी मदद करो। मैं एक जित पाया होया बंदा हां, मैं एक जित पाया होया बेटी हां। इस मुकाम चों तुसीं मैनूं बाहर कढना। हालेलुया, हालेलुया, हालेलुया। दूसरी गल, victorious life is not that we have the freedom from mistakes। जेतु जीवन का अर्थ ये नहीं है कि ਅਸੀਂ कदी गलतियां नहीं करांगे। नहीं, ये नहीं है ਅਸੀਂ कदी गलतियां नहीं करांगे। प्रभु दे विच रहंदे होए भी कोई संपूर्ण नहीं है। There is no perfect man or woman। साडे को गलतियां हुंदियां ने, साडे को गलतियां हुंदियां ने। हर कोई गलती कर सकता है, लेकिन गलती दे विच डुबे नहीं रहना, गलती तो बाहर आना। एक पेड़ और एक सूअर दे विच ये फर्क है। देयर इज अ डिफरेंस बिटवीन अ शीप एंड अ स्वाइन। सूअर नूं नहा धुला के वापस किचड़ दे विच सुट दिओ, वो खुश रहेगा। चिकड़ च ही विल बी हैप्पी, बड़ा खुश रहेगा। लेकिन एक पेड़ नूं तुसी चिकड़ दे सुटो, वो चीका मारेगा, बाहर निकलेगा। असी सूअर नहीं आ। प्रभु यीशु मसीह ने सानू सूअर नहीं किया, सानू पेड़ किया है। हालेलुया। की क्या है? पेड़। जद असी गलती करते हैं ते असी प्रभु दे अगे चिल्लाना, आवाज उठाना, प्रभु जी ये गलती मेरे को हुई है, ए किसी होर को नहीं हुई, ओदे कारण नहीं, एदे कारण नहीं, लेकिन प्रभु जी मैं गलती कीता है। इट इज मी हु हैज मेड द मिस्टेक्स। पतरस ने 3 बार प्रभु यीशु मसीह दा की कीता? इनकार कीता। हां जी, इनकार कीता। 3 बार ही प्रभु यीशु मसीह दा इनकार कीता। एक हासे वाली गल दसदा, किसी ने कहा, एक विश्वासी ने एक सेवक नूं पुछया, पास्टर जी पतरस ने यीशु मसीह दा 3 बार इनकार क्यों किया? उसने कहा, क्योंकि प्रभु यीशु मसीह ने पतरस दी सस नूं चंगा कीता सी। खैर ये कोई बिब्लिकल नहीं है, वचन के अनुसार नहीं है। पतरस ने 3 बार प्रभु यीशु मसीह दा की कीता? 3 बार प्रभु यीशु मसीह दा
ਇਨਕਾਰ ਕੀਤਾ। ਲੇਕਿਨ ਜਦ ਆਪਣੇ ਹੋਸ਼ 'ਚ ਆਇਆ, ਪ੍ਰਭੂ ਯਿਸੂ ਮਸੀਹ ਨੇ 3 ਵਾਰੀ ਉਸ ਨੂੰ ਪੁੱਛਿਆ ਕਿ ਤੂੰ ਮੈਨੂੰ ਪਿਆਰ ਕਰਦਾ ਹੈ, ਕੀ 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 ਤੂੰ ਮੈਨੂੰ ਪਿਆਰ ਕਰਦਾ ਹੈ। ਪੀਟਰ ਮੇਡ ਮਿਸਟੇਕ ਬਟ ਹੀ ਓਵਰਕੇਮ। ਉਸਨੇ ਉਹਦੇ ਉੱਤੇ ਜਿੱਤ ਨੂੰ ਪ੍ਰਾਪਤ ਕੀਤਾ ਔਰ ਉਹ ਵਾਪਿਸ ਉੱਠਿਆ। ਪਤਰਸ ਨੂੰ ਦੁਬਾਰਾ ਤੋਂ ਖੁਦਾ ਨੇ ਖੜਾ ਕੀਤਾ। ਉਹੀ ਪੱਥਰ ਜਿਸ ਨੇ ਇਨਕਾਰ ਕੀਤਾ, ਉਸੇ ਪੱਥਰ ਦੇ ਉੱਤੇ ਪਰਮੇਸ਼ਰ ਨੇ ਆਪਣੀ, ਪ੍ਰਭੂ ਯਿਸੂ ਮਸੀਹ ਨੇ ਆਪਣੀ ਕਲੀਸਿਆ ਨੂੰ ਵੀ ਸਥਾਪਿਤ ਕੀਤਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜੇਤੂ ਜੀਵਨ ਕੀ ਹੈ? ਇਸ 2020 ਦੇ ਦੌਰਾਨ ਹੋ ਸਕਦਾ ਹੈ ਅਸੀਂ ਕਈ ਗਲਤੀਆਂ ਕੀਤੀਆਂ ਹੋਣਗੀਆਂ ਜੋ ਨਹੀਂ ਵੀ ਕਰਨਾ ਚਾਹੀਦਾ ਸੀ, ਅਸੀਂ ਕੀਤਾ। ਲੇਕਿਨ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੋ, ਖੁਦਾ ਨੇ ਸਾਨੂੰ ਸੂਅਰ ਨਹੀਂ ਇੱਕ ਪੇੜ ਬਣਾਇਆ ਹੈ ਔਰ ਉਸ ਦੀਆਂ ਪੇਡਾਂ ਉਸ ਦੀ ਆਵਾਜ਼ ਨੂੰ ਸਿਆਣਦੀਆਂ ਨੇ। ਹਾਲੇਲੂਇਆ, ਹਾਲੇਲੂਇਆ। ਕਲੀਸਿਆ ਦੇ ਵਿੱਚ ਰਹਿੰਦੇ ਹੋਏ ਪਰਮੇਸ਼ਰ ਚਾਹੁੰਦਾ ਹੈ ਕਿ ਉਹ ਸਾਨੂੰ ਇੱਕ ਸਿੱਧ ਬਣਾਏ। ਖੁਦਾ ਚਾਹੁੰਦਾ ਹੈ ਕਿ ਕਲੀਸਿਆ ਦੇ ਅੰਦਰ ਪਰਮੇਸ਼ਰ ਨੇ ਅਲੱਗ-ਅਲੱਗ ਲੋਕਾਂ ਨੂੰ ਖੜਾ ਕੀਤਾ ਹੈ ਔਰ ਅਲੱਗ-ਅਲੱਗ ਲੋਕਾਂ ਨੂੰ ਜਦੋਂ ਖੜਾ ਕੀਤਾ ਹੈ, ਅਲੱਗ-ਅਲੱਗ ਸਮੇਂ ਦੇ ਵਿੱਚ ਕੋਈ ਉੱਪਰ ਕੋਈ ਨੀਚੇ, ਕੋਈ ਉੱਪਰ ਕੋਈ ਨੀਚੇ, ਮੌਕਾ ਆਉਣ ਦੇ ਵਿੱਚ ਕੋਈ ਉੱਪਰ ਜਾਏਗਾ ਕੋਈ ਨੀਚੇ ਜਾਏਗਾ। ਲੇਕਿਨ ਮੈਂ ਤੁਹਾਨੂੰ ਕਹਾਂ, ਕਿਸੇ ਦੇ ਵੀ ਇਨਸਾਨ ਦੇ ਚਿਹਰੇ ਨੂੰ ਨਾ ਦੇਖਣਾ। ਤੁਸੀਂ ਪ੍ਰਭੂ ਦੇ ਹਜ਼ੂਰੀ ਦੇ ਵਿੱਚ ਕਿਸੇ ਇਨਸਾਨ ਦੇ ਚਿਹਰੇ ਨੂੰ ਦੇਖਣ ਦੇ ਲਈ ਨਹੀਂ, ਪ੍ਰਭੂ ਦੇ ਚਿਹਰੇ ਨੂੰ ਦੇਖਣ ਦੇ ਲਈ ਆਏ ਹੋ, ਜੋ ਕਿ ਤੁਹਾਡਾ ਸਿੱਧ ਕਰਨ ਵਾਲਾ ਹੈ। ਹੂ ਇਜ਼ ਦੀ ਆਥਰ ਐਂਡ ਹੀ ਇਜ਼ ਦਾ ਪਰਫੈਕਟਰ ਆਫ ਯੋਰ ਲਾਈਫ। ਹਾਲੇਲੂਇਆ। ਆਏ ਸੇ ਸਾਰੇ अपनी ਅੱਖਾਂ ਨੂੰ ਬੰਦ ਕਰੀਏ, ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੀਏ। ਜੇਤੂ ਜੀਵਨ, ਇੱਕ ਜੈਵੰਤ ਜੀਵਨ ਤੁਸੀਂ ਔਰ ਮੈਂ ਗੁਜ਼ਾਰ ਰਹੇ ਹਾਂ। ਇੱਕ ਜੈਵੰਤ ਜੀਵਨ ਜੋ ਖੁਦਾ ਸਾਨੂੰ ਬਖਸ਼ਦਾ ਹੈ। ਇਸ ਜੇਤੂ ਜੀਵਨ ਨੂੰ ਗੁਜ਼ਾਰਦੇ ਹੋਏ ਸਾਡੇ ਜੀਵਨ 'ਚ ਕਈ ਪ੍ਰਤਾਵੇ ਆਉਂਦੇ ਨੇ, ਕਈ ਪ੍ਰੀਖਿਆਵਾਂ ਆਉਂਦੀਆਂ ਨੇ। ਸਾਡੇ ਦਿਲ ਦੇ ਅੰਦਰ ਵੀ ਇਹ ਖਿਆਲ ਉੱਠਦਾ ਹੈ, ਮੈਂ ਵੀ ਉਹਨਾਂ ਦੇ ਵਾਂਗੂ ਬਣਾ, ਮੈਂ ਵੀ ਉਹਦੇ ਵਾਂਗੂ ਕਮਾਵਾਂ। ਸੰਤੁਸ਼ਟੀ ਨਹੀਂ ਹੈ। ਉਹ ਸੰਤੁਸ਼ਟੀ ਨਾ ਹੁੰਦੇ ਹੋਏ ਅਸੀਂ ਕਈ ਵਾਰੀ ਪ੍ਰਤਾਵੇ ਦੇ ਵਿੱਚ ਡਿੱਗ ਜਾਂਦੇ ਹਾਂ। ਲੇਕਿਨ ਪ੍ਰਭੂ ਸਾਨੂੰ ਕਹਿ ਰਿਹਾ ਹੈ, ਜੈਵੰਤ ਜੀਵਨ ਇਹ ਨਹੀਂ ਹੈ। ਪ੍ਰਤਾਵਾ ਆਏਗਾ ਪਰ ਪ੍ਰਭੂ ਦਾ ਧੰਨਵਾਦ ਕਰੋ, ਮੈਂ ਉਸ ਪ੍ਰੀਖਿਆਵਾਂ ਦੇ ਵਿੱਚੋਂ ਦੀ ਕੱਢਣ ਦੇ ਲਈ ਤੁਹਾਡੀ ਸਹਾਇਤਾ ਕਰਾਂਗਾ, ਤੁਹਾਡੀ ਮੈਂ ਮਦਦ ਕਰਾਂਗਾ। ਸ਼ੈਤਾਨ ਨੂੰ ਬਿਲਕੁਲ ਵੀ ਜਗ੍ਹਾ ਨਾ ਦੇਣਾ, ਸ਼ੈਤਾਨ ਨੂੰ ਬਿਲਕੁਲ ਵੀ ਮੌਕਾ ਨਾ ਦੇਣਾ। ਤੁਹਾਡੇ ਜੀਵਨ ਦੇ ਕਿਸੇ ਵੀ ਪਹਿਲੂ ਦੇ ਅੰਦਰ ਸ਼ੈਤਾਨ ਕੰਮ ਨਾ ਕਰੇ। ਸ਼ੈਤਾਨ ਦੇ ਸ਼ੈਤਾਨ ਕਿਸੇ ਵੀ ਰੀਤੀ ਦੇ ਨਾਲ ਤੁਹਾਡੇ ਮਨ ਨੂੰ ਭਟਕਾਣੇ ਨਾ ਪਾਏ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅਸੀਂ ਗਲਤੀਆਂ ਕਰਦੇ ਹਾਂ, ਲੇਕਿਨ ਜੇਤੂ ਜੀਵਨ ਕੀ ਹੈ? ਗਲਤੀ ਕਰਨ ਤੋਂ ਬਾਵਜੂਦ ਅਸੀਂ ਆਪਣੀ ਗਲਤੀ ਨੂੰ ਮੰਨ ਕੇ ਦੁਬਾਰਾ ਤੋਂ ਖੜੇ ਹੁੰਦੇ ਹਾਂ। ਧਰਮੀ 7 ਵਾਰ ਵੀ ਡਿੱਗੇ ਤਾਂ ਖੁਦਾ ਉਸ ਨੂੰ ਦੁਬਾਰਾ ਤੋਂ ਖੜਾ ਕਰੇਗਾ, ਦੁਬਾਰਾ ਤੋਂ ਖੜਾ ਕਰੇਗਾ, ਦੁਬਾਰਾ ਤੋਂ ਖੜਾ ਕਰੇਗਾ। ਪ੍ਰਭੂ ਤੁਹਾਨੂੰ ਖੜਾ ਕਰੇ, ਪ੍ਰਭੂ ਤੁਹਾਡੇ ਜੀਵਨ ਨੂੰ ਆਪਣੇ ਵਿੱਚ ਖੜਾ ਕਰੇ। ਹਾਲੇਲੂਇਆ, ਹਾਲੇਲੂਇਆ। ਸਾਡੇ ਸਵਰਗੀ ਪਿਤਾ ਅਸੀਂ ਆਪ ਜੀ ਦਾ ਧੰਨਵਾਦ ਕਰਦੇ ਹਾਂ। ਪ੍ਰਭੂ ਯਿਸੂ ਤੂੰ ਮੌਤ ਤੇ ਫਤਿਹ ਪਾਈ, ਤੁਸੀਂ ਹਰ ਪ੍ਰੀਖਿਆ ਦੇ ਉੱਤੇ ਫਤਿਹ ਪਾਈ, ਹਰ ਹਾਰ ਦੇ ਉੱਤੇ ਤੁਸੀਂ ਫਤਿਹ ਪਾਈ, ਮੌਤ ਦੇ ਡੰਗ ਉੱਤੇ ਤੁਸੀਂ ਫਤਿਹ ਪਾਈ, ਸ਼ਰਮਿੰਦਗੀ ਦੇ ਉੱਤੇ ਤੁਸੀਂ ਫਤਿਹ ਪਾਈ, ਲਾਜ ਦੇ ਉੱਤੇ ਤੁਸੀਂ ਫਤਿਹ ਪਾਈ, ਕੰਡਿਆਂ ਦੇ ਤਾਜ ਦੇ ਉੱਤੇ ਤੁਸੀਂ ਫਤਿਹ ਪਾਈ। ਪ੍ਰਭੂ ਜੀ, ਇਹ ਲੋਕ ਜੋ ਮੇਰੇ ਸਾਹਮਣੇ ਨੇ ਔਰ ਮੈਂ ਆਪਣੇ ਆਪ ਨੂੰ ਵੀ ਤੁਹਾਡੇ ਅਧੀਨ ਕਰ ਦੇਣਾ, ਸਾਨੂੰ ਇੱਕ ਫਤਿਹਮੰਦ ਜੀਵਨ ਬਖਸ਼ਣਾ, ਫਤਿਹਮੰਦ ਜੀਵਨ ਬਖਸ਼ਣਾ। ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਕਈ ਪ੍ਰਕਾਰ ਦੇ ਪਰਤਾਵੇ, many temptations come in front of us, ਬਹੁਤ ਸਾਰੇ ਪਰਤਾਵੇ ਸਾਡੇ ਅੱਖਾਂ ਦੇ ਸਾਹਮਣੇ ਆਉਂਦੇ ਨੇ। ਲੇਕਿਨ ਪ੍ਰਭੂ ਤੂੰ ਹਰ ਜਗ੍ਹਾ ਮੌਜੂਦ ਹੈ, ਸਾਨੂੰ ਪਰਤਾਵਿਆਂ ਉੱਤੇ ਜਿੱਤ ਦੇਣ ਦੀ ਸਾਮਰਥ ਤੂੰ ਰੱਖਦਾ ਹੈ। ਤੇਰਾ ਧੰਨਵਾਦ ਕਰਦੇ ਹਾਂ। ਇਸ ਸਾਲ ਦੀਆਂ ਗਲਤੀਆਂ ਨੂੰ, ਗੁਨਾਹਾਂ ਨੂੰ ਤੁਸੀਂ ਖਿਮਾ ਕਰਨਾ। नया साल जो साढ़े अखां दे सामने है, एक फतेहमंद, एक जयवंत जीवन होने पाए। हालेलुया। धन्यवाद करते हैं। जो वचन दा बीज बीजा गया 100 गुना फल लेके आए।
ਬੇਨਤੀ ਨੂੰ ਸੁਣੋ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਆਮੇਨ ਆਮੇਨ ਹਾਲੇਲੂਇਆ ਹਾਲੇਲੂਇਆ